ਅੱਜ ਆਪਾਂ ਪਹੁੰਚੇ ਹਾਂ ਜੀ ਸੀਜੀਐਮ ਇੰਸਟੀਚਿਊਟ ਦੇ ਵਿਹੜੇ ਦੇ ਵਿੱਚ। ਸੀਜੀਐਮ ਇੰਸਟੀਚਿਊਟ ਜਿਹੜਾ ਇੱਕ ਕਾਲਜ ਚਲਾ ਰਿਹਾ, ਸਕੂਲ ਚਲਾ ਰਿਹਾ, ਅਤੇ ਉਸ ਦੇ ਚੇਅਰਮੈਨ ਸਰਦਾਰ ਸਤਪਾਲ ਸਿੰਘ ਜੀ ਜਿਹੜੇ ਮੁੱਢ ਕਦੀਮ ਤੋਂ ਸਿੱਖਿਆ ਦੇ ਨਾਲ ਜੁੜੇ ਹੋਏ ਆ। ਇਹਨਾਂ ਨੇ ਸਾਖਰਤਾ ਲਹਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਮ ਕੀਤਾ ਸੀ। ਉਸ ਤੋਂ ਬਾਅਦ ਲਿਟਲ ਫਲਾਵਰ ਸਕੂਲ ਇਹਨਾਂ ਨੇ ਚਲਾਇਆ ਸੀ ਅਤੇ ਅੱਜ ਇਹ ਇੰਸਟੀਚਿਊਟ ਚਲਾ ਰਹੇ ਹੈ, ਜਿਹਦੇ ਵਿੱਚ ਕਾਲਜ, ਸਕੂਲ ਅਤੇ ਕਾਲਜਾਂ ਦੇ ਇਸ ਕਾਲਜ ਦੇ ਵੱਖ-ਵੱਖ ਕੋਰਸ, ਸਾਇੰਸ ਦੀਆਂ ਕਲਾਸਾਂ, ਆਰਟਸ ਦੀਆਂ ਕਲਾਸਾਂ, BSc ਐਗਰੀਕਲਚਰ ਅਤੇ ਹੋਰ ਵੀ ਬਹੁਤ ਸਾਰੇ ਇਹ ਕੋਰਸ ਚਲਾ ਰਹੇ ਹੈ। ਆਪਾਂ ਇਹਨਾਂ ਨਾਲ ਨਵੀਂ ਸਿੱਖਿਆ ਨੀਤੀ ਬਾਰੇ ਗੱਲਬਾਤ ਕਰਨੀ ਹੈ। ਜਿਹੜੀ ਨਵੀਂ ਸਿੱਖਿਆ ਨੀਤੀ ਆਪਣੀ ਹਿੰਦੁਸਤਾਨ ਸਰਕਾਰ ਨੇ ਬਣਾਈ ਹੈ, ਉਹਦੇ ਬਾਰੇ ਆਪਾਂ ਇਹਨਾਂ ਨੂੰ ਪੁੱਛਾਂਗੇ ਕਿ ਉਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਹ ਕੀ ਹੈ, ਉਹ ਸਾਨੂੰ ਦੱਸੋ ਜੀ। ਕਾਂਗਰਸ ਸਰਕਾਰ ਨੇ 1986 ਦੇ ਵਿੱਚ ਜਿਹੜੀ 10+2 ਤੇ ਸਿੱਖਿਆ ਨੀਤੀ ਨਵੀਂ ਲੈ ਕੇ ਆਂਦੀ ਸੀ। ਉਹਦੇ ਵਿੱਚ ਕਾਂਗਰਸ ਸਰਕਾਰ ਨੇ ਉਸ ਤੋਂ ਬਾਅਦ ਕੁਝ ਤਬਦੀਲੀਆਂ ਵੀ ਕੀਤੀਆਂ। ਤਾਂ ਉਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਪਹਿਲਾਂ ਜੋ ਪ੍ਰੈਪ ਅਤੇ FA ਵਾਲਾ ਸਿਸਟਮ ਬੰਦ ਕਰਤਾ ਸੀ, ਔਰ ਉਸ ਤੋਂ ਬਾਅਦ ਹੁਣ ਫਿਰ ਲੋੜ ਮਹਿਸੂਸ ਕੀਤੀ ਗਈ ਵੀ ਸਿੱਖਿਆ ਨੀਤੀ ਨੂੰ ਜਿਹੜਾ ਹੈ ਦੁਬਾਰਾ ਇਹਦੇ 'ਤੇ ਸਾਰੇ ਨਵਾਂ ਐਕਟ ਲਿਆਂਦਾ ਜਾਵੇ। ਤੋਂ ਅੱਜ ਦੀ ਸਾਡੀ ਸੈਂਟਰ ਸਰਕਾਰ ਨੇ ਲਿਆਂਦੀ ਹੈ। ਸਭ ਤੋਂ ਪਹਿਲਾਂ ਇਹਦੇ ਬਹੁਤ ਸਾਰੇ ਨਜ਼ਰੀਏ ਬਾਰੇ ਮੈਂ ਗੱਲ ਕਰਾਂਗਾ, ਨਾ ਪੱਖੀ ਵੀ ਔਰ ਹਾਂ ਪੱਖੀ ਵੀ। ਕੁਛ ਗੱਲਾਂ ਹਾਂ ਪੱਖੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਜਿਹਦੀ ਅਸੀਂ ਵਾਰ-ਵਾਰ ਮੰਗ ਕਰਦੇ ਹਾਂ। ਜੇ ਕਿਤੇ ਉਹ ਮੰਗ ਪੂਰੀ ਹੋ ਜਾਏ ਅਤੇ ਕਿਉਂਕਿ ਅਨਪੜ੍ਹਤਾ ਜੇ ਸਾਡੇ ਨਾਲ ਚੀਨ ਅੱਗੇ ਲੰਘਿਆ ਤਾਂ ਇਸ ਕਰਕੇ ਲੰਘਿਆ ਵੀ ਉੱਥੇ ਅਨਪੜ੍ਹ ਕੋਈ ਨਹੀਂ। ਜਿਹਦੇ ਸਾਡੇ ਦੇਸ਼ ਵਿੱਚ ਕੇਰਲਾ ਦੀ ਗੱਲ ਕਰਦੇ ਹਾਂ, ਕੇਰਲਾ ਪੂਰਾ ਸਾਖਰ ਸੂਬਾ ਆ। ਜਿੱਥੇ ਜਿਹੜੇ ਦੇਸ਼, ਜੇ ਅਸੀਂ ਜਾਪਾਨ ਦੀ ਗੱਲ ਕਰਦੇ ਹਾਂ ਵੀ ਸਭ ਤੋਂ ਜੇ ਜਾਪਾਨ ਨੇ ਤਰੱਕੀ ਕੀਤੀ ਹੈ, ਅਤੇ ਜਾਪਾਨ ਨੇ ਸਭ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਪੜ੍ਹਾਇਆ। ਅਤੇ ਇਸ ਕਰਕੇ ਇਹ ਬਹੁਤ ਜ਼ਰੂਰੀ ਆ। ਔਰ ਇਹਦੇ ਵਿੱਚ ਇਹਨਾਂ ਨੇ ਜਿਹੜਾ ਕੀਤਾ ਆ, ਨਰਸਰੀ ਨੂੰ ਔਰ ਜੋੜਿਆ ਪਹਿਲੀ ਅਤੇ ਦੂਜੀ ਨਾਲ, ਔਰ 3 ਸਾਲਾਂ ਦਾ ਪਲਾਨ ਕੀਤਾ, 5+3+3+4 ਕੀਤਾ। ਤਾਂ ਇਹ ਜਿਹੜਾ ਹੈ ਇਹਦਾ ਵੇਖੋ, ਇਹ ਜਦੋਂ ਲਾਗੂ ਹੋਏਗਾ, ਕਿਉਂਕਿ ਇਹਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਵੀ ਇਹਨੂੰ ਸੰਸਦ ਵਿੱਚ ਵਿਚਾਰਨ ਤੋਂ ਪਹਿਲਾਂ ਤਾਂ ਇਹਨੂੰ ਇੱਕ ਸਿੱਧਾ ਲਾਗੂ ਕੀਤਾ ਗਿਆ। ਇਸ ਕਰਕੇ ਇਹਦੇ ਬਾਰੇ ਵੀ ਬਹੁਤ ਜ਼ਿਆਦਾ ਜਿਹੜੇ ਇਹਦੇ 500-600 ਪੇਜ ਆ, ਉਹ ਜੇ ਕਿਤੇ ਵਿਚਾਰੇ ਜਾਂਦੇ, ਜਿਵੇਂ ਅਸੀਂ ਸਕੂਲ ਜਾਂ ਕਾਲਜ ਚਲਾਉਣੇ, ਅਸੀਂ ਆਪਦੇ ਬਾਰੇ ਪੜ੍ਹਦੇ, ਤਾਂ ਦੂਜੀਆਂ ਸਾਰੇ ਜੋ ਵਿਸ਼ੇ ਦੇ ਬਾਰੇ ਜਾਣਕਾਰੀ ਰੱਖਦਾ। ਪਰ ਸਾਡੇ ਕੋਲ ਜੋ ਮੋਟੀ ਜਾਣਕਾਰੀ ਆਈ ਆ, ਉਹਦੇ ਵਿੱਚ ਇਹਨਾਂ ਨੇ ਜੋ ਕੀਤਾ, ਪਹਿਲਾਂ ਜਿਹੜੀ ਸੀ ਉਹ 1986 ਦੇ ਵਿੱਚ 6 ਤੋਂ 14 ਸਾਲ ਦੀ ਲਾਜ਼ਮੀ ਐਜੂਕੇਸ਼ਨ ਕੀਤੀ ਸੀ, ਔਰ ਇਹਨਾਂ ਨੇ HRD ਦਾ ਨਾਮ ਬਦਲਤਾ, ਹਿਊਮਨ ਜਿਹੜਾ ਰਿਸੋਰਸ ਮਿਨਿਸਟਰੀ ਸੀ। ਤਾਂ ਕੌਮੀ ਸਿੱਖਿਆ ਨੀਤੀ ਲੈ ਆਂਦੀ ਉਹਦੀ ਥਾਂ 'ਤੇ, ਔਰ UGC ਨੂੰ ਵੀ ਸ਼ਾਇਦ ਕਹਿੰਦੇ ਵੀ UGC ਨੂੰ ਵੀ ਬੰਦ ਕੀਤਾ ਜਾਣਾ। ਤਾਂ ਇਸ ਕਰਕੇ ਇਹਦੇ ਵਿੱਚ ਦੂਜੀ ਜਿਹੜੀ ਇਹਨਾਂ ਨੇ ਇੱਕ ਚੰਗੀ ਗੱਲ ਕੋਸ਼ਿਸ਼ ਕੀਤੀ ਹੈ ਵੀ 6% ਜੋ GDP ਆਪਣੇ ਦਾ ਬਜਟ ਦਾ ਵੀ ਅਸੀਂ ਲਾਗੂ ਕਰਨਾ। ਔਰ ਅਸੀਂ ਕਹਿੰਦੇ ਹਾਂ ਵੀ ਵਾਕਈ ਜੇ ਬਜਟ ਦਾ 6% ਹੋਵੇ, ਔਰ ਸਾਡੀ ਜਿਹੜੀ GDP ਦਾ 1% ਵੀ ਜੋ ਅਸੀਂ ਅਜੇ ਤੱਕ ਐਜੂਕੇਸ਼ਨ 'ਤੇ ਨਹੀਂ ਖਰਚ ਰਹੇ, ਅਤੇ ਤਾਂ ਹੀ ਜਿਹੜੀ ਹੈ ਉਹ ਗਰੀਬਾਂ ਤੱਕ ਸਾਡੀ ਸਿੱਖਿਆ ਜਿਹੜੀ ਅਸੀਂ ਕਹਿੰਦੇ ਹਾਂ ਅਨੁਪਾਤ 20:1 ਦਾ, ਉਹ ਲਾਗੂ ਨਹੀਂ ਹੋ ਰਿਹਾ। ਤਾਂ ਇਸ ਕਰਕੇ ਪਰ ਇਹਦੇ 'ਚ ਇੱਕ ਚੰਗੀ ਗੱਲ ਕੀਤੀ ਵੀ ਅੱਗੇ ਜਿਹੜਾ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਸੀ, ਤਾਂ ਉਸ ਤੋਂ ਅਗਲੀ ਗੱਲ ਇਹ ਵੀ ਕੀਤੀ ਇਹਨਾਂ ਨੇ ਕਿਹਾ ਵੀ ਬਾਈ ਨਾਸ਼ਤਾ ਵੀ ਦੇਣਾ, ਔਰ ਚੰਗੀ ਗੱਲ ਹੈ ਜਿਹਨੂੰ ਲਾਗੂ ਕੀਤਾ ਜਾਵੇ। ਕਿਉਂਕਿ ਕਠਿਨਾਈਆਂ ਕਾਨੂੰਨ ਬਣਾਉਣ ਦੇ ਵਿੱਚ ਨਹੀਂ, ਕਠਿਨਾਈਆਂ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਆ। ਇਸ ਕਰਕੇ ਜਦੋਂ ਇਹ ਲਾਗੂ ਹੋਏਗੀ, ਇਹ ਕਿਸ ਤਰ੍ਹਾਂ ਲਾਗੂ ਹੋਏਗੀ, ਪ੍ਰਾਇਮਰੀ ਪੱਧਰ ਕਿਸ ਤਰ੍ਹਾਂ ਚੱਲਣਗੇ, ਮਿਡਲ ਸਕੂਲ ਕਿਸ ਤਰ੍ਹਾਂ ਚੱਲਣਗੇ, ਸੀਨੀਅਰ ਸੈਕੰਡਰੀ ਕਿਸ ਤਰ੍ਹਾਂ ਚੱਲਣਗੇ, ਭਰਤੀਆਂ ਕਿਸ ਤਰ੍ਹਾਂ ਹੋਣਗੀਆਂ, ਇਹੋ ਜਿਹੇ ਸਵਾਲ ਸਾਡੇ ਅੱਗੇ ਖੜ੍ਹੇ ਹੋਣਗੇ। ਇਹ ਇੱਕ ਪੁਰਾਣੀ ਸਿੱਖਿਆ ਨੀਤੀ ਅਤੇ ਅੱਜ ਜਿਹੜੀ ਨਵੀਂ ਸਿੱਖਿਆ ਨੀਤੀ, ਇਹਦੇ ਬਾਰੇ ਤੁਸੀਂ ਸਾਨੂੰ ਦੱਸੋ ਕਿ ਇਹਦੇ 'ਚ ਕੀ ਬਦਲਾਅ ਆਊਗਾ। ਨਵੀਂ ਸਿੱਖਿਆ ਨੀਤੀ ਅਤੇ ਪੁਰਾਣੀ ਸਿੱਖਿਆ ਨੀਤੀ ਦੇ ਵਿੱਚ ਕਿੰਨਾ ਕੁ ਫਰਕ ਹੋਊਗਾ, ਇਹਦੇ ਬਾਰੇ ਥੋੜ੍ਹਾ ਜਿਹਾ। ਦੇਖੋ, ਅਸਲ ਦੇ ਵਿੱਚ ਅਸੀਂ ਜਦੋਂ ਮੰਨ ਲਓ ਮੈਂ ਵਿੱਦਿਅਕ ਅਦਾਰੇ ਨਾਲ ਜੁੜਿਆ, ਅਤੇ ਅੱਜ ਦਾ ਨੌਜਵਾਨ ਜਿਹੜਾ ਹੈ ਉਹ ਇਹਨਾਂ ਫਰਕਾਂ ਨੂੰ ਨਹੀਂ ਸਮਝਦਾ, ਨਾ ਹੀ ਇਹਦਾ ਕੋਈ ਬਹੁਤਾ ਇਸ ਗੱਲ ਵੱਲ ਧਿਆਨ ਦਿੰਦੇ ਵੀ ਇਹਦਾ ਕੀ ਫਰਕ ਹੋਊਗਾ, ਕਿਸ ਤਰ੍ਹਾਂ ਹੋਊਗਾ, ਪਹਿਲਾਂ ਕੀ ਸੀ, ਕੋਈ ਬਹੁਤ ਚੰਗਾ ਹੋ ਜੂ ਜਾਂ ਮਾੜਾ ਹੋ ਜੂਗਾ। ਕਿਉਂਕਿ ਇਹਨਾਂ ਨੇ 100 ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਬਾਹਰੋਂ ਆ ਕੇ ਵੀ ਉਹ ਸਾਡੇ ਦੇਸ਼ ਦੇ ਵਿੱਚ ਯੂਨੀਵਰਸਿਟੀਆਂ ਖੋਲ੍ਹ ਸਕਦੇ ਹਾਂ। ਉਹਦੇ ਹੋ ਸਕਦਾ ਚੰਗੇ ਪੱਖ ਵੀ ਹੋਣ, ਪਰ ਉਹਦੇ ਬਹੁਤ ਸਾਰੇ ਮਾੜੇ ਪੱਖ ਹੋਣਗੇ। ਜਿਵੇਂ ਸਾਡੇ ਬਹੁਕੌਮੀ ਕਾਰਪੋਰੇਸ਼ਨਾਂ ਆਈਆਂ, ਇਸੇ ਤਰ੍ਹਾਂ ਜੇ 100 ਯੂਨੀਵਰਸਿਟੀਆਂ ਬਾਹਰਲੇ ਲੋਕ ਆ ਕੇ ਇੱਥੇ ਬਣਾਉਂਦੇ ਨੇ, ਤਾਂ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਨਗੇ ਕਿ ਬੜੀ ਮੁਸ਼ਕਿਲ ਨਾਲ ਅਸੀਂ ਇੱਥੋਂ ਪਹਿਲਾਂ ਅੰਗਰੇਜ਼ਾਂ ਨੂੰ ਕੱਢਿਆ ਸੀ। ਤਾਂ ਇਹੋ ਜਿਹਾ ਉਹਦਾ ਮਾੜਾ ਪੱਖ ਵੀ ਹੋ ਸਕਦਾ ਵੀ ਬਾਹਰਲੀਆਂ ਯੂਨੀਵਰਸਿਟੀਆਂ ਆ ਕੇ ਹੋ ਸਕਦਾ ਚੰਗਾ ਨਾ ਕਰਨ, ਔਰ ਸਾਡੀਆਂ ਯੂਨੀਵਰਸਿਟੀਆਂ ਦਾ ਬਿਲਕੁਲ ਹੀ ਭੱਠਾ ਬੈਠ ਜੇ।
ਲੋੜ ਆ ਅੱਜ ਸਾਡੀ ਯੂਨੀਵਰਸਿਟੀਆਂ ਨੂੰ ਚੱਕਣ ਦੀ। ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਪਰਸੋਂ ਚੌਥ ਦਾ ਧਰਨਾ ਚੱਲ ਰਿਹਾ ਵੀ ਉੱਥੇ ਦੇ ਟੀਚਰਾਂ ਨੂੰ ਤਨਖਾਹ ਨਹੀਂ ਮਿਲੀ, ਔਰ ਸਾਡੇ ਜਿਹੜੇ ਕਾਲਜਾਂ ਦੇ ਵਿੱਚ ਪਿਛਲੇ ਲੰਮੇ ਸਾਲਾਂ ਤੋਂ ਭਰਤੀ ਨਹੀਂ ਹੋਈ। ਲੋੜ ਉਹਨਾਂ ਗੱਲਾਂ ਨੂੰ ਆ ਵੀ ਜੋ ਕੁਛ ਢਾਂਚਾ ਚੱਲ ਰਿਹਾ ਉਹਨੂੰ ਪਹਿਲਾਂ ਪੂਰਾ ਕਿਵੇਂ ਕੀਤਾ ਜਾਵੇ। ਔਰ ਪਹਿਲੀ ਨੀਤੀ ਵੀ ਜਦੋਂ ਰਾਜੀਵ ਗਾਂਧੀ ਲੈ ਕੇ ਆਇਆ ਸੀ, ਨਵੀਂ ਬੜਾ ਰੌਲਾ ਪਿਆ ਸੀ, ਨਵੀਂ ਸਿੱਖਿਆ ਨੀਤੀ +2 ਆ ਗਈ। +2 ਉਹਦੇ 'ਚ 1 ਸਾਲ ਬੱਚਿਆਂ ਦਾ ਵੱਧ ਲੱਗਣ ਲੱਗ ਪਿਆ। BA ਦੇ ਵਿੱਚ ਉਹ +1 ਪਹਿਲਾਂ ਹਾਇਰ ਸੈਕੰਡਰੀ 1 ਸਾਲ ਦੀ ਹੁੰਦੀ ਸੀ, ਉਹ 2 ਸਾਲ ਦੀ ਕਰਤੀ। ਔਰ ਹੋਇਆ ਕੀ ਵੀ ਉਸ ਤੋਂ ਬਾਅਦ ਬੇਰੁਜ਼ਗਾਰੀ ਵੱਧਦੀ ਗਈ ਔਰ ਲੋਕਾਂ ਦਾ ਜਿਹੜਾ ਸੀ ਉਹ ਲੋਕਾਂ ਦਾ ਸਾਡੀ ਪੜ੍ਹਾਈ ਦੇ ਵਿੱਚ ਪੂਰਾ ਵਿਸ਼ਵਾਸ ਇਸ ਕਰਕੇ ਨਹੀਂ ਬੱਝਿਆ ਕਿ ਸਾਡੀ ਵਿੱਦਿਅਕ ਨੀਤੀ ਉਹ ਜੋ ਰੋਜ਼ਗਾਰ ਨਾਲ ਨਹੀਂ ਜੁੜ ਸਕੀ। ਨਵੀਂ ਸਿੱਖਿਆ ਨੀਤੀ ਦਾ ਸਟੂਡੈਂਟਾਂ ਦੇ ਵਿਦਿਆਰਥੀਆਂ 'ਤੇ ਇਹ ਕੀ ਪ੍ਰਭਾਵ ਪਊਗਾ, ਇਹਦੇ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓ। ਦੇਖੋ, ਇੱਕ ਬੜੀ ਵੱਡੀ ਸਮੱਸਿਆ ਵੀ ਨਵੀਂ ਸਿੱਖਿਆ ਨੀਤੀ ਵਿੱਚ ਕਲਾਸਾਂ ਦਾ ਵਾਧਾ ਘਾਟਾ ਯੂਨੀਵਰਸਿਟੀਆਂ ਦਾ ਉਹ ਕਿਵੇਂ ਚੱਲਣਗੀਆਂ, ਜਾਂ ਉਹ ਸਰਕਾਰ ਜਿਵੇਂ ਕਹਿ ਰਹੀ ਆ ਵੀ ਅਸੀਂ ਬਜਟ ਵਧਾਉਣਾ, ਪਰ ਉਹਦੇ 'ਤੇ ਉਹ ਤਾਂ ਹੋਏਗਾ ਕਿਉਂਕਿ ਸੈਂਟਰ ਸਰਕਾਰ ਨੇ ਅਤੇ ਸਾਡੀ ਸਟੇਟ ਗੌਰਮੈਂਟ ਨੇ ਵੀ, ਹੋਰ ਸਟੇਟ ਗੌਰਮੈਂਟਾਂ ਨੇ ਵੀ, ਸਾਰੇ ਇੰਡੀਆ ਭਰ ਦੇ ਵਿੱਚ ਹੀ ਕੀ ਵਰਤਾਰਾ ਚੱਲ ਰਿਹਾ ਵੀ ਜਿਹੜੀ ਵਿਦਿਆਰਥੀਆਂ ਨੂੰ ਕਿਤੇ ਨਾ ਕਿਤੇ ਕੋਈ ਸਹਾਇਤਾ ਮਿਲਦੀ ਸੀ, ਸਕਾਲਰਸ਼ਿਪ ਮਿਲਦੀ ਸੀ, ਉਹ ਬੜੀ ਲਗਭਗ ਬੰਦ ਹੋ ਗਈ ਔਰ ਅਜੀਬ ਸਥਿਤੀ 'ਚ ਆ। ਔਰ ਗਰੀਬ ਲੋਕਾਂ ਨੂੰ ਜਿੱਥੇ ਅਸੀਂ ਚਾਹੁੰਦੇ ਹਾਂ ਪੜ੍ਹਨ, ਸਰਕਾਰਾਂ ਵੀ ਚਾਹੁੰਦੀਆਂ ਪੜ੍ਹਨ, ਪਰ ਉਹ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਤੁਹਾਡਾ ਦੁਪਹਿਰ ਦੇ ਖਾਣੇ ਦਾ ਜਾਂ ਨਾਸ਼ਤੇ ਦਾ ਪ੍ਰਬੰਧ ਕਰਾਂਗੇ, ਤਾਂ ਉੱਥੇ ਗਾਂਹ ਜਾ ਕੇ ਵਿੱਦਿਆ ਇੰਨੀ ਮਹਿੰਗੀ ਹੋ ਗਈ ਵੀ ਅੱਜ ਕੋਈ ਜੇ ਮੈਡੀਕਲ ਦੀ ਪੜ੍ਹਾਈ ਕਰਨਾ ਚਾਹਵੇ ਤਾਂ ਮੈਡੀਕਲ ਦੀ ਪੜ੍ਹਾਈ 10 ਲੱਖ ਤੋਂ ਲੈ ਕੇ ਕਰੋੜ 1.5 ਕਰੋੜ 'ਤੇ ਜਾ ਪਹੁੰਚੀ। ਤਾਂ ਇਸ ਕਰਕੇ ਪੜ੍ਹਾਈ ਦਿਨੋਂ ਦਿਨ ਬਹੁਤ ਮਹਿੰਗੀ ਹੁੰਦੀ ਜਾਂਦੀ ਆ, ਅਤੇ ਇਸ ਕਰਕੇ ਇੱਕ ਸਮੱਸਿਆ ਬਣਦੀ ਜਾਂਦੀ ਆ। ਤਾਂ ਵਿਦਿਆਰਥੀਆਂ ਨੂੰ ਸਸਤੀ ਅਤੇ ਵਧੀਆ ਵਿੱਦਿਆ ਚਾਹੀਦੀ ਆ। ਇਸ ਕਰਕੇ ਆਸ ਕਰਦੇ ਹਾਂ ਵੀ ਇਹ ਜਿਹੜਾ ਨਵਾਂ ਕਾਨੂੰਨ ਆ ਇਹ ਵੀ ਉਸੇ ਤਰ੍ਹਾਂ ਕਿਤੇ ਨਾ ਕਿਤੇ ਲੋਕਾਂ ਲਈ ਸਹੂਲਤ ਲੈ ਕੇ ਆਵੇ, ਵਿਦਿਆਰਥੀਆਂ ਲਈ ਸਹੂਲਤ ਲੈ ਕੇ ਆਵੇ। ਸੋ ਸਾਨੂੰ ਆਸ ਇਹੋ ਹੀ ਆ ਵੀ ਇਹਦੇ ਨਾਲ ਕੁਝ ਇਹਦਾ ਜਿਹੜਾ ਹੈ ਚੰਗਾ ਪੱਖ ਹੋਊਗਾ। ਪਰ ਜੋ ਇਹਦੀ ਚਰਚਾ ਚੱਲ ਰਹੀ ਆ ਉਹ ਬਹੁਤੀ ਚੰਗੀ ਨਹੀਂ ਚੱਲ ਰਹੀ, ਕਿਉਂਕਿ ਉਹਦੇ ਮੁਤਾਬਕ ਇਹਦੇ ਵਿੱਚ ਜੋ ਤਬਦੀਲੀਆਂ ਕੀਤੀਆਂ ਗਈਆਂ, ਜਿੰਨੇ ਕੁ ਮੈਂ ਅਖਬਾਰਾਂ ਵਿੱਚ ਜਾਂ ਹੋਰ ਜਾਣਕਾਰੀ ਮਿਲੀ ਆ, ਉਹਦੇ ਵਿੱਚ ਜ਼ਿਆਦਾਤਰ ਇਹ ਡਰ ਪਾਇਆ ਗਿਆ ਵੀ ਅਜੇ ਤੱਕ ਇਹਦੇ ਬਾਰੇ ਕੋਈ ਮਤਲਬ ਕਿ ਬਹੁਤ ਵੱਡਾ ਜਿਹੜਾ ਖਰੜਾ ਜਿਹੜੇ ਵਿੱਦਿਅਕ ਮਾਹਰ ਨੇ ਹਿੰਦੁਸਤਾਨ ਦੇ ਵੱਡੇ, ਉਹਨਾਂ ਨਾਲ ਵਿਚਾਰਿਆ ਨਹੀਂ ਗਿਆ। ਕੀ ਇਹ ਨਵੀਂ ਸਿੱਖਿਆ ਨੀਤੀ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਵੀ ਵੱਧ ਪੈਦਾ ਹੋਣਗੇ, ਜਾਂ ਬਸ ਇਹ ਪਹਿਲਾਂ ਵਾਲੇ ਸਿੱਖਿਆ ਨੀਤੀ ਥੋੜ੍ਹਾ ਬਹੁਤਾ ਬਦਲਾਵ ਕੀਤਾ ਗਿਆ, ਇਹ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ? ਕੀ ਇਹ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੂਗੀ ਨਵੀਂ ਸਿੱਖਿਆ ਨੀਤੀ? ਇਹਦੇ ਬਾਰੇ ਵੀ ਸਾਨੂੰ ਦੱਸੋ। ਇਹ ਇੱਕ ਬੜੀ ਵੱਡੀ ਸਮੱਸਿਆ ਵੀ ਜਦੋਂ ਪੈਲੋਟਿਕਨ ਕਾਲਜ ਆਏ ਸੀ, ਟੈਕਨੀਕਲ ਕਾਲਜ ਆਏ ਸੀ, IIT ਆਈ ਸੀ, ਸ਼ੁਰੂ 'ਚ ਸਾਰੇ ਵਿਦਿਆਰਥੀਆਂ ਨੂੰ ਨੌਕਰੀ ਮਿਲਣ ਲੱਗੀ। ਉਸ ਤੋਂ ਬਾਅਦ ਕੀ ਹੋਇਆ ਵੀ ਹੌਲੀ ਹੌਲੀ ਜਿਹੜੀਆਂ ਇਸ ਤਰ੍ਹਾਂ ਦੀਆਂ ਡਿਗਰੀਆਂ ਸੀ, ਕੰਪਿਊਟਰ ਨਾਲ ਸੰਬੰਧਿਤ ਸੀ, ਨਵੀਂ ਟੈਕਨੋਲੋਜੀ ਨਾਲ ਸੰਬੰਧਿਤ ਸੀ, ਹੌਲੀ ਹੌਲੀ ਉਹ ਕਾਲਜ ਬੰਦ ਹੋਣ ਦੇ ਕਿਨਾਰੇ ਆ ਗਏ ਔਰ ਸਾਡੇ ਵੱਡੇ ਕਾਲਜ ਜਿਹੜੇ ਅੱਜ ਉਹ ਇਸ ਤਰ੍ਹਾਂ ਦੇ ਟੈਕਨੀਕਲ ਕਾਲਜ ਨੇ ਉਹ ਫੇਲ ਹੋਣ ਦੇ ਕਿਨਾਰੇ 'ਤੇ ਆ ਗਏ। ਤਾਂ ਵਿੱਦਿਆ ਨੂੰ ਰੋਜ਼ਗਾਰ ਨਾਲ ਸਾਡੀਆਂ ਸਰਕਾਰਾਂ ਅਜੇ ਸਫਲ ਨਹੀਂ ਹੋਈਆਂ। ਜੇ ਵਿੱਦਿਆ ਨੂੰ ਰੋਜ਼ਗਾਰ ਨਾਲ ਜੋੜ ਦੇਣ, ਸਾਡੇ ਬੱਚੇ ਅਮਰੀਕਾ, ਕੈਨੇਡਾ ਬਾਹਰ ਨੂੰ ਨਾ ਭੱਜਣ, ਬਾਹਰਲੀਆਂ ਯੂਨੀਵਰਸਿਟੀਆਂ ਨਾ ਜਾਣ, ਇੱਥੇ ਬੱਚਾ 20,000 ਜਾਂ 50,000 ਲਾਉਣ ਲਈ ਤਿਆਰ ਨਹੀਂ, ਔਰ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਜਾ ਕੇ 20 ਤੋਂ 50 ਲੱਖ ਬੱਚਾ ਖਰਚਣ ਲਈ ਤਿਆਰ ਆ। ਔਰ ਸਾਡੇ ਰੋਜ਼ਗਾਰ ਦੀ ਹਾਲਤ ਇਹ ਆ ਵੀ ਕੱਲ੍ਹ ਪਰਸੋਂ ਦੀ ਨਿਊਜ਼ ਅਜੇ ਤੱਕ ਵੀ ਅਸੀਂ ਜਿਹੜੀ ਪੰਜਾਬ ਸਰਕਾਰ ਨੇ 40,000 ਤੋਂ 60,000 ਅਸਾਮੀ ਬਿਜਲੀ ਬੋਰਡ ਦੀ ਖਤਮ ਕਰਤੀ ਆ, ਔਰ ਸੈਂਟਰ ਗੌਰਮੈਂਟ ਨੇ 80,000 ਜੋ ਅਸਾਮੀ ਆ ਉਹ ਖਤਮ, ਟੈਲੀਕਾਮ ਵਿਭਾਗ ਦੀ, ਟੈਲੀਫੋਨ ਵਿਭਾਗ ਦੀ ਜਿਹੜਾ ਡਾਕ ਤੇ ਤਾਰ ਵਿਭਾਗ ਆ, ਇਹ ਹਿੰਦੁਸਤਾਨ ਦੇ ਵਿੱਚ ਇਹਦੀਆਂ ਜਿਹੜੀਆਂ 80,000 ਅਸਾਮੀਆਂ ਔਰ ਉਹਦੇ ਖਤਮ ਕਰਤੀਆਂ। ਔਰ ਨਾਲ ਹੀ ਕੀ ਹੋਇਆ ਵੀ ਉਹਦੇ ਜਿਹੜੇ ਮੁਲਾਜ਼ਮਾਂ ਨੂੰ ਪ੍ਰੀ ਰਿਟਾਇਰਮੈਂਟ ਦੇਤੀ ਆ, ਉਹ ਵਿਚਾਰੇ ਪਹਿਲਾਂ ਹੀ ਰਿਟਾਇਰ ਹੋ ਗਏ ਬੜੇ ਸਮੇਂ ਤੋਂ। ਉਸੇ ਤਰ੍ਹਾਂ ਰੇਲਵੇ ਦੀਆਂ ਜਿਹੜੀਆਂ ਅਸੀਂ ਭਰਤੀਆਂ ਹੁੰਦੀਆਂ ਸੀ ਉਹ ਵੀ ਸਾਰੀਆਂ ਲਗਭਗ ਬੰਦ ਪਈਆਂ ਨੇ। ਤਾਂ ਇਹ ਇਸੇ ਤਰ੍ਹਾਂ ਟੀਚਰਾਂ ਦੀਆਂ, ਅਧਿਆਪਕਾਂ ਦੀਆਂ ਜਿਹੜੀਆਂ ਸਟੇਟਾਂ 'ਤੇ ਆਧਾਰਿਤ ਆ ਉਹ ਵੀ, ਔਰ ਜਿਹੜੀਆਂ ਸੈਂਟਰ ਨਾਲ ਸੰਬੰਧਿਤ ਨੇ ਕਾਲਜ ਜਾਂ ਯੂਨੀਵਰਸਿਟੀਆਂ ਉਹ ਵੀ ਵਿਹਲੀਆਂ ਪਈਆਂ ਨੇ। ਔਰ ਲੰਮੇ ਸਮੇਂ ਤੋਂ ਇੱਕ ਬੜਾ ਸਰਕਾਰਾਂ ਨੇ ਬਣਾ ਲਿਆ ਵੀ ਉਹਨੂੰ ਪਹਿਲਾਂ ਕੰਟਰੈਕਟ ਬੇਸ 'ਤੇ ਰੱਖੋ ਜੀ, ਉਹ 8-10 ਹਜ਼ਾਰ ਰੁਪਈਆ ਦਿਓ, ਉਸ ਤੋਂ ਬਾਅਦ ਕਈ ਸਾਲਾਂ ਬਾਅਦ ਉਹ ਧਰਨੇ ਮੁਜ਼ਾਹਰੇ ਕਰਦੇ ਨੇ। ਔਰ ਇਸੇ ਤਰ੍ਹਾਂ ਜਦੋਂ ਰੁਜ਼ਗਾਰ ਦਾ ਪੂਰਾ ਪੈਸਾ ਨਹੀਂ ਮਿਲਦਾ, ਫਿਰ ਉਹਨਾਂ ਕੰਟਰੈਕਟ ਹੁੰਦਾ 3 ਜਾਂ 5 ਸਾਲ ਉਹਨੂੰ ਪੂਰੀ ਤਨਖਾਹ ਨਹੀਂ ਮਿਲਣੀ। ਤਾਂ ਇਸ ਕਰਕੇ ਜਦੋਂ ਕੋਈ ਇੰਜੀਨੀਅਰ ਕਰਕੇ ਬੱਚਾ 5 ਜਾਂ 10 ਹਜ਼ਾਰ ਦੀ ਨੌਕਰੀ ਕਰਦਾ, 15,000 ਦੀ ਨੌਕਰੀ ਕਰਦਾ, ਔਰ ਉਹਦਾ ਜਿਹੜਾ ਖਰਚਾ ਆਇਆ ਹੁੰਦਾ ਉਹ 10 ਤੋਂ 15 ਲੱਖ ਆਇਆ ਹੁੰਦਾ ਪੜ੍ਹਾਈ ਦਾ। ਤਾਂ ਇਸ ਕਰਕੇ ਬੜੀ ਵੱਡੀ ਸਮੱਸਿਆ ਵੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਅਜੇ ਕੋਈ ਇਹੋ ਜਿਹੀ ਸਿੱਧੀ ਗੱਲ ਨਹੀਂ ਵੀ ਇਹ ਰੁਜ਼ਗਾਰ ਨਾਲ ਜੋੜੂਗੀ। ਇਸ ਕਰਕੇ ਬੇਰੁਜ਼ਗਾਰੀ ਸਾਡੇ ਦੇਸ਼ 'ਚ ਲਗਾਤਾਰ ਵੱਧ ਰਹੀ ਹੈ, ਅਜੇ ਤੱਕ ਇਹੋ ਜਿਹੀ ਕੋਈ ਆਸ ਇਹਦੇ ਵਿੱਚ ਨਹੀਂ ਦਿਸਦੀ। ਤੁਸੀਂ ਨਵੀਂ ਸਿੱਖਿਆ ਨੀਤੀ ਬਾਰੇ ਬਹੁਤ ਹੀ ਵਿਸਥਾਰਪੂਰਵਕ ਚਾਨਣਾ ਪਾਇਆ।
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।